मैं रिकॉर्ड कर लिया सी कल नूं कुड़ी एवें कोई ब्लेम लावे मैनूं ओहदी ननान मेरे ननान गलत बोलदी है जां मैं बोली है। किन्ना समा गल कीती है उस गल दे विच दर्द सीगा कि ਇਹਦੇ मतलब किस घर वाला पूरा हो गया वो भी लामा लेंगे हुण ਤੁਹਾਨੂੰ ਲੱਗਦਾ ਸੀ ਕਿ ਦਰਦ ਸੀ ਉਹਦੀ ਗੱਲ ਵਿੱਚ ਕੋਈ ਦਰਦ ਬਚਣ ਦੀਆਂ ਗੱਲਾਂ ਕਰ ਰਹੇ ਨੇ? ਹਾਂਜੀ ਬਿਲਕੁਲ ਜੀ ਬਿਲਕੁਲ ਆਖਰੀ ਹਥਿਆਰ ਹੁੰਦਾ ਹਾਂ ਇਹ ਸਿਰਫ ਕੀ ਕਰਦੇ ਨੇ ਇਹ ਚਾਹੁੰਦੇ ਨੇ ਕਿ ਸਾਡੇ ਤੋਂ ਕੋਈ ਮੁਕੱਦਮਾ ਕੇਸ ਚੱਲੇ ਕਿ ਚੱਲੂਗਾ ਹੀ ਚੱਲੂਗਾ ਕਿ ਕਾਨੂੰਨ ਅੱਗੇ ਦਿੰਦਾ ਬੱਚਾ ਸੁਸਾਈਡ ਨੂੰ ਕਹਿੰਦਾ ਉਹਨੇ ਜਸ ਕੀਤੀ ਹੈ ਇਟ ਮੀਨਸ ਕਿ ਉਹਦੇ ਕਰਕੇ ਸੁਸਾਈਡ ਕੀਤਾ ਇਹ ਇੰਡੀਕੇਸ਼ਨ ਦੇ ਰਿਹਾ ਜੀ ਬਿਲਕੁਲ ਬਸ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਮੁੰਡੇ ਦੀ ਕਿ ਜਿਹੜਾ ਖੁੱਡੀ ਕਲਾਂ ਤੋਂ ਸੀਗਾ ਉਹਨਾਂ ਦੇ ਤਾਇਆ ਜੀ ਪ੍ਰਗਟ ਸਿੰਘ ਜੀ ਸਾਡੀ ਲਾਈਨ ਤੇ ਨੇ ਇਹ ਜਿਸ ਲੜਕੇ ਦੀ ਮੌਤ ਹੋਈ ਜਿਸ ਮੁੰਡੇ ਦੀ ਮੌਤ ਹੋਈ ਹੈ ਉਹਨਾਂ ਦੇ ਤਾਇਆ ਜੀ ਲੜਕੇ ਦਾ ਨਾਮ ਕੀ ਸੀਗਾ? ਲਵਪ੍ਰੀਤ ਸਿੰਘ ਜੀ। ਲਵਪ੍ਰੀਤ ਇਹ ਕਿੰਨੀ ਉਮਰ ਦਾ ਸੀ ਬੱਚਾ? ਬੱਚੇ ਦੀ ਉਮਰ ਪ੍ਰਗਟ ਸਿੰਘ ਜੀ ਐਗਜ਼ੈਕਟ ਅੱਜ ਦੀ ਡੇਟ ਦੇ ਹਿਸਾਬ ਨਾਲ ਕਿੰਨੀ ਉਮਰ ਸੀ ਮੁੰਡੇ ਦੀ ਜੀ? ਲੜਕਾ 23 ਸਾਲ ਮੁਕੰਮਲ ਹੋ ਗਏ ਸਰ 24ਵਾਂ ਸਾਲ ਲੱਗਿਆ ਸੀ ਉਹਨੂੰ। ਸਭ ਤੋਂ ਪਹਿਲਾਂ ਜੀ ਮੈਂ ਜੋਗਿੰਦਰ ਬਾਸੀ ਤੁਹਾਡੇ ਨਾਲ ਮੁਖਾਤਬ ਹਾਂ। ਸਾਨੂੰ ਅਤੇ ਦੇਸ਼ ਵਿਦੇਸ਼ ਬੈਠੇ ਸਭ ਪਰਿਵਾਰਾਂ ਨੂੰ ਬੜਾ ਦੁੱਖ ਹੈ ਕਿ ਅਰਲੀ ਏਜ ਵਿੱਚ ਤੁਹਾਡੇ ਬੱਚੇ ਦਾ ਚਲੇ ਜਾਣਾ ਔਰ ਇਸ ਉਮਰ ਦੇ ਵਿੱਚ ਅਸੀਂ ਬੜੀਆਂ ਆਸਾਂ ਰੱਖਦੇ ਹਾਂ ਬੱਚੇ ਨੂੰ ਪੜਾਉਂਦੇ ਹਾਂ ਲਿਖਾਉਂਦੇ ਹਾਂ ਔਰ ਕਿੰਨਾ ਖਰਚਾ ਕੀਤਾ ਲੜਕੀ ਨੂੰ ਭੇਜਿਆ ਉਸ ਤੋਂ ਬਾਅਦ ਬੱਚੇ ਦੀ ਮੌਤ ਦਾ ਕਾਰਨ ਤੁਹਾਡੇ ਮੁਤਾਬਕ ਕੀ ਮੌਤ ਕਿਵੇਂ ਹੋਈ? ਤੁਹਾਡਾ ਸਕਾ ਭਤੀਜਾ ਇਹ? ਜੀ ਸਰ ਜੀ ਤਾਇਆ ਜੀ ਦਾ ਪੁੱਤਰ ਸਰ ਚਾਚਾ ਜੀ ਦਾ ਪੁੱਤਰ ਹੈ ਸਰ। ਖੈਰ ਤੁਹਾਡਾ ਪਿੰਡ ਕਿਹੜਾ ਪੰਜਾਬ ਦੇ? ਪਰਿਵਾਰ ਇੱਕ ਫੈਮਿਲੀ ਹੈ ਸਰ। ਤੁਹਾਡਾ ਪਿੰਡ ਕਿਹੜਾ ਤੁਹਾਡਾ ਆਪ ਜੀ ਦਾ? ਇਹ ਕੋਠੇ ਗੋਬਿੰਦਪੁਰਾ ਧਨੌਲਾ ਮੰਡੀ ਸਰ ਡਿਸਟ੍ਰਿਕਟ ਤੇ ਤਹਿਸੀਲ ਐਂਡ ਡਿਸਟ੍ਰਿਕਟ ਬਰਨਾਲਾ ਸਰ। ਤੁਹਾਡਾ ਜ਼ਿਲ੍ਹਾ ਬਰਨਾਲਾ ਹੈ? ਜੀ ਸਰ ਜੀ। ਤੁਹਾਡੇ ਐਸਐਸਪੀ ਸਾਹਿਬ ਕੌਣ ਨੇ ਇੱਥੇ ਸਰ? ਤੁਹਾਡੇ ਐਸਐਸਪੀ ਸਾਹਿਬ ਕੌਣ ਨੇ ਤੁਹਾਡੇ ਜਿਹੜੇ ਮੁਖੀ ਨੇ ਜ਼ਿਲ੍ਹੇ ਦੇ ਪੁਲਿਸ ਅਫਸਰ? ਸੰਦੀਪ ਗੋਇਲ ਜੀ ਨੇ। ਸੰਦੀਪ ਗੋਇਲ ਗੋਇਲ ਸਾਹਿਬ ਨੇ ਠੀਕ ਹੈ। ਹਾਂਜੀ ਹਾਂਜੀ ਗੋਇਲ ਸਾਹਿਬ ਨੇ ਸਰ। ਅੱਛਾ ਇਹਦਾ ਬੱਚੇ ਦਾ ਮੌਤ ਦਾ ਇਹ ਜਿਹੜੀ ਸ਼ਾਦੀ ਹੋਈ ਸੀਗੀ ਲੜਕੀ ਨੂੰ ਆਇਲਟ ਕਿਰਾਇਆ ਤੁਸੀਂ ਜਾਂ ਪਹਿਲਾਂ ਕੀਤੀ ਹੋਈ ਸੀਗੀ? ਇਹ ਲੜਕੀ ਰਿਸ਼ਤੇਦਾਰੀ ਵਿੱਚੋਂ ਸੀਗੀ ਜਾਂ ਫਿਰ ਇਸ਼ਤਿਹਾਰ ਸੀਗਾ ਕੈਨੇਡਾ ਆਉਣ ਲਈ? ਕਈ ਵਾਰ ਲੋਕ ਫੀਸ ਲੱਭਦੇ ਨੇ ਫਿਰ ਆਈ ਹੈ ਕਿਵੇਂ ਹੋਇਆ ਸੀ ਸ਼ਾਦੀ? ਇਹ ਸਰ ਜਿਹੜੀ ਲੜਕੀ ਸੀ ਇਹ ਜਿਹੜਾ ਲੜਕਾ ਸਰ ਜਿਹਦੀ ਡੈਥ ਹੋਈ ਹੈ ਨਾ ਇਹਦੀ ਭੂਆ ਜਿਹੜੇ ਇਹਦੇ ਫੁੱਫੜ ਜੀ ਹੈ ਨਾ ਸਰ ਸਕੇ ਫੁੱਫੜ ਜੀ ਹੈ ਸਰ ਇਹਨਾਂ ਦੇ ਮਾਂਗੇਵਾਲ ਪਿੰਡ ਤੋਂ ਉਹਨਾਂ ਦੇ ਮਾਮਾ ਜੀ ਦੀ ਪੋਤੀ ਸੀ ਸਰ। ਆਈ ਸੀ ਰਿਸ਼ਤੇਦਾਰੀ ਦੇ ਵਿੱਚੋਂ ਰਿਸ਼ਤਾ ਸੀ ਸਰ। ਆਈ ਸੀ ਮਤਲਬ ਮੁੰਡੇ ਜਿਹੜਾ ਫੁੱਫੜ ਆ ਸਕਾ ਉਹਦੇ ਰਿਸ਼ਤੇਦਾਰੀ ਵਿੱਚੋਂ ਸੀ ਉਹਨਾਂ ਰਿਸ਼ਤਾ ਕਰਾਇਆ ਮਾਮਾ ਜੀ ਦੀ ਪੋਤੀ ਸੀ ਸਰ। ਸੁਣ ਸਾਹਿਬ ਆਪਾਂ ਸਟੋਰੀ ਇਹ ਕਵਰ ਕਰਨੀ ਅੱਜ ਆਪਣੇ ਕੋਲ ਹੋਰ ਸਟੋਰੀ ਜਿਹੜੀ ਕਵਰ ਕਰਨੀ ਹੈ ਸਰ? ਹਾਂਜੀ ਸਰ ਜੀ ਬਿਲਕੁਲ ਜੀ। ਪਰ ਪ੍ਰਗਟ ਸਿੰਘ ਜੀ ਤੋਂ ਆਪਾਂ ਜਿਹੜੇ ਫੈਕਟ ਚੈੱਕ ਕਰਨੇ ਸੀ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ। ਮਤਲਬ ਇਹ ਸਟੋਰੀ ਕਵਰ ਕਰਨੀ ਅੱਜ ਮੇਨ ਸਟੋਰੀ ਸਾਡੀ ਇਹ ਸਟੋਰੀ ਵੀ ਹੈ ਸਰ। ਜੀ ਪਹਿਲਾਂ ਅੱਛਾ ਪਹਿਲਾਂ ਗੱਲ ਨਹੀਂ ਇਹ ਸ਼ਾਰਟ ਸਟੋਰੀ ਹੈ। ਹਾਂ ਇਹ ਸ਼ਾਰਟ ਸਟੋਰੀ ਦਾ ਫੈਕਟ ਚੈੱਕ ਕਰਨੇ ਸੀ। ਅੱਛਾ ਐਨੀਵੇ ਤੁਹਾਡਾ ਨਾਮ ਕੀ ਪੂਰਾ ਸਰ? ਮੇਰਾ ਨਾਮ ਪ੍ਰਗਟ ਸਿੰਘ ਹੈ ਸਰ। ਪ੍ਰਗਟ ਸਿੰਘ ਜੀ। ਅੱਛਾ ਇਹ ਲੜਕੇ ਦੇ ਬਾਪ ਦਾ ਨਾਮ ਕੀ ਹੈ? ਸਰਦਾਰ ਬਲਵਿੰਦਰ ਸਿੰਘ ਸਰ। ਮਦਰ? ਮਦਰ ਦਾ ਨਾਮ ਹੈਗਾ ਸਰ ਰੁਪਿੰਦਰ ਕੌਰ ਸਰ। ਇਹ ਜਿਹੜੀ ਲੜਕੀ ਹੈ ਪਹਿਲਾਂ ਆਪਣੇ ਸੋਧ ਚੱਲ ਚੁੱਕੀ ਇੱਕ ਵਾਰ। ਠੀਕ ਹੈ ਤੁਸੀਂ ਗੱਲ ਕੀਤੀ ਸੀ ਆਈ ਡੋਨਟ ਨੋ ਮੇਰਾ ਸਿਰਫ ਇਹੀ ਸਵਾਲ ਹੈ ਕਿ ਲੜਕੇ ਦੀ ਮੌਤ ਤੋਂ ਬਾਅਦ ਪੁਲਿਸ ਨੂੰ ਤੁਸੀਂ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਨੇ ਚਾਰਜ ਕੀਤੇ ਔਰ ਜਾਂ ਨਹੀਂ ਹਾਲੇ? ਸਰ ਇੱਕ ਹਫ਼ਤੇ ਤੋਂ ਉੱਪਰ ਹੋ ਗਿਆ ਸਰ। ਪੁਲਿਸ ਕੋਲੇ ਕੰਪਲੇਂਟ ਪਾਈ ਹੋਈ ਹੈ ਜੀ। ਉਹ ਸਾਡੇ ਐਸਪੀ ਇਨਵੈਸਟੀਗੇਸ਼ਨ ਹੈ ਜਗਵਿੰਦਰ ਸਿੰਘ ਚੀਮਾ ਜੀ ਸਰ। ਕੀ ਨਾਮ ਉਹਨਾਂ ਦਾ? ਜਗਵਿੰਦਰ ਸਿੰਘ ਚੀਮਾ ਸਰ। ਓਕੇ ਹਾਂ ਉਹਨਾਂ ਕੋਲੇ ਸਰ ਇਨਕੁਆਇਰੀ ਹੋ ਰਹੀ ਹੈ। ਅਸੀਂ ਆਪਣੇ ਉਹਨਾਂ ਨੂੰ ਕੰਪਲੇਂਟ ਦੇ ਨਾਲ ਸਾਰੇ ਜਿਹੜੇ ਡਾਕੂਮੈਂਟ ਸੀ ਬੱਚੇ ਦੇ ਮਤਲਬ ਫੋਨ ਦੀ ਚੈਟ ਸੀ ਜਾਂ ਜੋ ਅਸੀਂ ਪੈਸਾ ਲਾਇਆ ਲੜਕੀ ਦੀ ਮੈਰਿਜ ਦੇ ਉੱਤੇ ਉਹਦੀਆਂ ਫੀਸਾਂ ਭਰੀਆਂ ਨੇ ਉਹ ਸਾਰੇ ਡਾਕੂਮੈਂਟ ਨਾਲ ਲਾ ਕੇ ਸਰ ਉਹਨਾਂ ਨੂੰ ਦਿੱਤੇ। ਤੇ ਹਾਲੇ ਤਾਈਂ ਜਗਵਿੰਦਰ ਸਿੰਘ ਚੀਮਾ ਜਿਹੜੇ ਐਸਪੀ ਨੇ ਐਸਪੀ ਹੈੱਡਕੁਆਰਟਰ ਨੇ ਜਾਂ ਐਸਪੀਡੀ ਨੇ ਜਾਂ ਐਸਪੀ ਸਿਟੀ ਨੇ? ਐਸਪੀਡੀ ਨੇ ਸਰ। ਐਸਪੀਡੀ ਦਾ ਕੰਮ ਕਰ ਰਹੇ ਨੇ। ਐਸਪੀਡੀ ਦਾ ਕੰਮ ਕਰ ਰਹੇ ਨੇ। ਸੋ ਤੁਸੀਂ ਇਹਨਾਂ ਨੂੰ ਕੰਪਲੇਂਟ ਕਿਉਂ ਦਿੱਤੀ? ਤੁਸੀਂ ਐਸਐਸਪੀ ਨੂੰ ਨਹੀਂ ਦਿੱਤੀ ਜਾਂ ਫਿਰ ਉਹਨਾਂ ਨੇ ਮਾਰਕ ਕਰ ਦਿੱਤਾ ਇਹਨਾਂ ਨੂੰ? ਨਹੀਂ ਸਰ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਕੰਪਲੇਂਟ। ਉਹਨਾਂ ਨੇ ਪੜਤਾਲ ਵਾਸਤੇ ਉਹਨਾਂ ਨੂੰ ਮਾਰਕ ਕੀਤਾ। ਠੀਕ ਹੈ ਨੋ ਪ੍ਰੋਬਲਮ। ਸੋ ਇਹਨਾਂ ਨੇ ਕੀ ਕੀਤਾ ਚੀਮਾ ਸਾਹਿਬ ਨੇ ਫਿਰ? ਉਹਨਾਂ ਨੇ ਸਰ ਮਤਲਬ ਸਾਡੇ ਬਿਆਨ ਹੋ ਚੁੱਕਿਆ। ਉਹਨਾਂ ਨੇ ਲੜਕੀ ਵਾਲੇ ਪਰਿਵਾਰ ਨੂੰ ਬੁਲਾਇਆ ਹੋਇਆ ਸੀ ਅੱਜ। ਕੱਲ ਵੀ ਬੁਲਾਇਆ ਸੀ। ਕੱਲ ਕਿਸੇ ਕਾਰਨ ਉਹਨਾਂ ਦੇ ਬਿਆਨ ਨਹੀਂ ਹੋ ਸਕੇ। ਅੱਜ ਤੇ ਕਹਿੰਦੇ ਸੀ ਬੁਲਾਇਆ ਹੋਇਆ ਤੇ ਉਸ ਤੋਂ ਬਾਅਦ ਉਹ ਆਪਦੀ ਫਾਈਨਲ ਰਿਪੋਰਟ ਦੇਣਗੇ ਸਰ ਪਰਚਾ ਮੁਕੱਦਮਾ ਦਰਜ ਕਰਨ ਸੰਬੰਧੀ। ਆਈ ਸੀ। ਸੋ ਤੁਹਾਨੂੰ ਕੀ ਪੁਲਿਸ ਭਰੋਸਾ ਕੀ ਦੇ ਰਹੀ ਹੈ ਕਿ ਅਸੀਂ ਚਾਰਜ ਕਰਾਂਗੇ ਜਾਂ ਨਹੀਂ? ਸਰ ਕਹਿੰਦੇ ਤਾਂ ਹੈਗੇ ਵੀ ਚਾਰਜ ਕਰਾਂਗੇ ਸਰ।
ਚਾਰਜ ਬਣਦਾ ਵੀ ਆ ਸਰ, ਅਸੀਂ ਸਾਰੇ ਮਤਲਬ ਡਾਕੂਮੈਂਟ ਲਾਏ ਨੇ ਨਹੀਂ ਡਾਟ ਜਿਹੜੀ ਲੜਕੀ ਆ, ਇਹ ਲੜਕੀ ਦੇ ਮਾਂ-ਬਾਪ ਦਾ ਕੀ ਨਾਮ ਕੀ ਹੈ? ਲੜਕੀ ਦੇ ਫਾਦਰ ਦਾ ਨਾਮ ਹੈਗਾ ਸਰ ਜਗਦੇਵ ਸਿੰਘ ਜੀ। ਜਗਦੀਪ ਸਿੰਘ। ਮਾਤਾ ਦਾ ਨਾਮ ਕੀ ਹੈ? ਮਾਤਾ ਦਾ ਨਾਮ ਸੁਖਵਿੰਦਰ ਕੌਰ ਸਰ। ਇਹਨਾਂ ਦਾ ਕੋਈ 18 ਸਾਲ ਤੋਂ ਉੱਪਰ ਬ੍ਰਦਰ ਵੀ ਹੈ ਕੋਈ? 18 ਸਾਲ ਤੋਂ ਸ਼ਾਇਦ ਘੱਟ ਹੋਊ ਸਰ, +2 ਦੇ ਵਿੱਚ ਪੜ੍ਹਦਾ। 18 ਸਾਲ ਦਾ ਲੜਕਾ ਸਰ। 18 ਸਾਲ ਤੋਂ ਉੱਪਰ ਹੈ ਜਾਂ ਘੱਟ ਹੈ? ਨਹੀਂ ਸਰ, ਕਲੀਅਰ ਨਹੀਂ ਹੈ। ਜਗਦੀਪ ਸਿੰਘ, ਇਹਨਾਂ ਦਾ ਪਿੰਡ ਕਿਹੜਾ ਹੈ ਤੇ ਜ਼ਿਲ੍ਹਾ ਕਿਹੜਾ ਇਹਨਾਂ ਦਾ? ਪਿੰਡ ਇਹਨਾਂ ਦਾ ਖੁੱਡੀ ਕਲਾਂ ਸਰ। ਇਹ ਕੁੜੀ ਖੁੱਡੀ ਕੇ ਕਲਾਂ ਦੀ ਆ? ਖੁੱਡੀ ਕਲਾਂ ਸਰ, ਖੁੱਡੀ ਕਲਾਂ ਤਹਿਸੀਲ ਤੇ ਡਿਸਟ੍ਰਿਕਟ ਬਰਨਾਲਾ ਹੀ ਆ ਸਰ ਇਹਨਾਂ ਦਾ ਵੀ। ਇਹਨਾਂ ਬਰਨਾਲਾ, ਠੀਕ ਹੈ। ਸੁਣੋ ਪਾਲਮ, ਔਰ ਅਸੀਂ ਤੁਹਾਨੂੰ ਸਰ ਕੀ ਕਹਿਣਾ ਚਾਹੁੰਦੇ ਹੋ? ਬੋਲੋ। ਹਾਂਜੀ, ਮੈਂ ਪ੍ਰਗਟ ਸਿੰਘ ਜੀ ਇਹ ਗੱਲ ਪੁੱਛਣਾ ਚਾਹਾਂਗਾ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਨਾਲ ਵੀ ਹੁਣ ਉਹਦੀ ਬੇਅੰਤ ਕੌਰ ਦੀ ਗੱਲ ਹੋਈ ਹੈ? ਨਹੀਂ ਸਰ, ਹੁਣ ਬਿਲਕੁਲ ਗੱਲ ਨਹੀਂ ਹੋਈ। ਕੀ ਉਹਦਾ ਤੁਹਾਨੂੰ ਫੋਨ ਆਇਆ? ਕਿਉਂਕਿ ਉਹ ਲੜਕੀ ਕਲੇਮ ਕਰ ਰਹੀ ਕਿ ਮੈਂ ਲਗਾਤਾਰ ਫੋਨ ਲਾਏ ਆ, ਮੇਰਾ ਫੋਨ ਚੱਕਦੇ ਨਹੀਂ। ਨਹੀਂ ਸਰ, ਮੈਂ ਇੱਕ ਮਿੰਟ, ਮੈਂ ਪਰਿਵਾਰ ਦੇ ਵਿੱਚ ਸਰ 27 ਤਰੀਕ ਨੂੰ ਇੱਕ ਵਾਰ ਗੱਲ ਹੋਈ ਹੈ, ਮਤਲਬ ਬੇਟੀ ਨਾਲ, ਲਵਪ੍ਰੀਤ ਸਿੰਘ ਦੀ ਸਿਸਟਰ ਦੇ ਨਾਲ। ਤਾਂ ਲਵਪ੍ਰੀਤ ਦੀ ਜਿਹੜੀ ਮਦਰ ਹੈ ਉਹਨਾਂ ਨੇ ਗੱਲ ਕੀਤੀ? ਉਹਨੇ ਨਹੀਂ ਸਰ, ਨਾ ਮਦਰ ਨਾਲ ਨਾ ਕਿਸੇ ਨਾਲ ਹੋਰ ਨਹੀਂ ਗੱਲ ਕੀਤੀ ਸਰ। ਪਰ ਜਿਹੜਾ ਫੋਨ ਆਇਆ ਜੀ, ਉਹ ਲਵਪ੍ਰੀਤ ਸਿੰਘ ਦੀ ਜਿਹੜੀ ਸਿਸਟਰ ਹੈ, ਉਹ ਤੋਂ ਵੱਡੀ ਹੈ, ਉਹਦੇ ਨਾਲ ਗੱਲ ਹੋਈ ਹੈ। ਉਹ ਵੀ 27 ਤਰੀਕ ਨੂੰ ਸਰ। ਅੱਛਾ, ਕੀ ਗੱਲ ਕੀ ਹੋਈ? ਕਿੰਨਾ ਸਮਾਂ ਗੱਲ ਹੋਈ ਹੈ? ਕੀ ਕਿਹਾ ਗੱਲਬਾਤ ਚ? ਇੱਕ ਮਿੰਟ ਸਰ, ਮੈਂ ਬੇਟੀ ਨਾਲ ਗੱਲ ਕਰਾ ਦਿਆਂ। ਹਾਂਜੀ, ਰਾਜਵੀਰ ਕੌਰ ਨਾਲ ਗੱਲ ਕਰਵਾਓ। ਚਲੋ। ਹਾਂ ਹੈਲੋ ਬੇਟਾ, ਸਾਨੂੰ ਬੜਾ ਦੁੱਖ ਹੈ ਕਿ ਤੁਹਾਡੇ ਬ੍ਰਦਰ ਦੀ ਮੌਤ ਦਾ ਹੋ ਜਾਣਾ, ਔਰ ਇਹ ਲੜਕੀ ਜਿਹੜੀ ਬੇਅੰਤ ਕੌਰ ਹੈ, ਇਹਨੇ ਤੁਹਾਨੂੰ ਫੋਨ ਕੀਤਾ ਸੀ 27 ਆਪਣੇ ਜੂਨ ਨੂੰ? ਹਾਂਜੀ ਸਰ, ਪਹਿਲਾਂ ਉਹਨੇ ਮੈਨੂੰ ਕਾਲ ਕੀਤੀ ਜਿਸ ਦਿਨ ਮੇਰੇ ਬ੍ਰਦਰ ਦੀ ਡੈਥ ਹੋਈ ਆ। ਉਸ ਦਿਨ ਮੇਰੇ ਮਤਲਬ ਤਬੀਅਤ ਠੀਕ ਨਹੀਂ ਸੀ, ਇੰਜੈਕਸ਼ਨ ਵਗੈਰਾ ਲੱਗੇ ਹੋਏ ਸੀ ਤੇ ਫੁੱਲਾਂ ਵਾਲੇ ਦਿਨ ਵੀ ਉਹਦੀ ਕਾਲ ਆਈ ਹੋਈ ਸੀ। ਫਿਰ ਮੈਨੂੰ ਜਦੋਂ ਪਤਾ ਲੱਗਿਆ ਇਹ ਤੋਂ ਬਾਅਦ ਭੂਆ ਦੇ ਮੁੰਡੇ ਤੋਂ ਵੀ ਲਾਡੀ ਨੇ ਉਸ ਦਿਨ ਇਹਨੂੰ ਬਹੁਤ ਕਾਲ ਕੀਤੀਆਂ ਨੇ, ਨਾਲੇ ਮੈਸੇਜ ਕੀਤਾ ਹੋਇਆ ਵੀ ਮੇਰੇ ਨਾਲ ਗੱਲ ਕਰ, ਤੇ 8-9 ਕਾਲ ਕੀਤੀਆਂ ਨੇ। ਫਿਰ ਮੈਨੂੰ ਗੁੱਸਾ ਆਇਆ ਤੇ ਮੈਂ ਗੁੱਸੇ 'ਚ ਇਹਨੂੰ ਮੈਂ ਕਾਲ ਕੀਤੀਆਂ ਨੇ, ਬਟ ਇਹਨੇ ਕੋਈ ਵੀ ਆਪਦੀ ਕਾਲ ਰਿਸੀਵ ਨਹੀਂ ਕੀਤੀ ਉੱਧਰੋਂ। ਤੇ ਫਿਰ ਮੈਂ ਉਹਨੇ ਫਿਰ ਮੈਂ ਕਾਫੀ ਘੰਟਿਆਂ ਦੇ ਵਿੱਚ ਮੈਨੂੰ ਉਹਨੇ ਬੈਕ ਕਾਲ ਕੀਤੀ ਆ। ਫਿਰ ਮੈंने ਆਪਣੇ ਜੋ ਵੀ ਮੈਨੂੰ ਕੁਐਸਚਨ ਸੀ ਇੱਕ ਪੁੱਛੇ ਨੇ ਵੀ ਤੁਹਾਡੇ ਵਿੱਚ ਲੜਾਈ ਹੋਈ ਸੀ ਜਾਂ ਕੀ ਗੱਲਬਾਤ ਹੋਈ ਸੀ। ਸਾਡੇ ਵਿੱਚ ਥੋੜਾ ਜਿਹਾ ਟਾਈਮ ਗੱਲ ਹੋਈ ਆ ਕੁੜੀ ਨਾਲ ਤੇ ਹੀ ਕੁਐਸਚਨ, ਤੇ ਮੈਂ ਗਲਤ ਉਹਨੂੰ ਕੁਝ ਵੀ ਨਹੀਂ ਬੋਲੀ ਹੈਗੀ, ਮੈਂ ਨਾਰਮਲ ਗੱਲ ਕੀਤੀ ਆ। ਉਹ ਮੇਰੇ ਕੋਲ ਰਿਕਾਰਡਿੰਗ ਪਈ ਹੈ। ਅੱਛਾ, ਤੁਹਾਡੇ ਕੋਲ ਰਿਕਾਰਡਿੰਗ ਪਈ ਹੈ? ਹੋ ਹਾਂਜੀ ਸਰ, ਮੈਂ ਰਿਕਾਰਡ ਕਰ ਲਿਆ ਸੀ। ਕੱਲ ਨੂੰ ਕੁੜੀ ਐਵੇਂ ਕੋਈ ਬਲੇਮ ਲਾਵੇ ਮੈਨੂੰ, ਉਹਦੀ ਮੇਰੇ ਨਾਲ ਗਲਤ ਬੋਲੀ ਹੈ ਜਾਂ ਮੈਂ ਬੋਲੀ ਹੈ। ਕਿੰਨਾ ਸਮਾਂ ਗੱਲ ਕੀਤੀ ਹੈ? ਉਸ ਗੱਲ ਦੇ ਵਿੱਚ ਦਰਦ ਸੀਗਾ ਕਿ ਇਹਦੇ ਮਤਲਬ ਕਿਸੇ ਘਰ ਵਾਲਾ ਪੂਰਾ ਹੋ ਗਿਆ, ਉਹ ਵੀ ਲਾਮਾ ਲੈਂਗੇ? ਹੁਣ ਤੁਹਾਨੂੰ ਲੱਗਦਾ ਸੀ ਕਿ ਦਰਦ ਸੀਗਾ ਉਹਦੀ ਗੱਲ ਵਿੱਚ? ਕੋਈ ਦਰਦ ਮਹਿਸੂਸ ਕੀਤਾ ਉਹਨੇ ਮੌਤ ਦਾ? ਸਰ ਰੋ ਤਾਂ ਰਹੀ ਸੀ, ਬਟ ਉਹ ਹੋ ਸਕਦਾ ਡਰਾਮਾ ਹੋਵੇ ਇੱਕ ਤਰ੍ਹਾਂ ਦਾ। ਉਹ ਇੱਕ ਆਪਦੇ ਬਚਾਵ ਲਈ ਉਹ ਰੋ ਰਹੀ ਸੀ। ਉਹਨੂੰ ਮੈਂ ਕੁਐਸਚਨ ਪੁੱਟ ਕੀਤਾ, ਪਹਿਲਾਂ ਇਹੀ ਗੱਲ ਕੀਤੀ ਵੀ ਤੁਹਾਡੀ ਗੱਲਬਾਤ ਕੀ ਹੋਈ ਸੀ। ਉਹਨੇ ਕਿਹਾ ਕਹਿੰਦੀ ਮੈਂ ਕਿਹਾ ਮੈਂ ਥੱਕੀ ਹੋਈ ਹਾਂ, ਮੇਰੀ 11 ਘੰਟੇ ਦੀ ਸ਼ਿਫਟ ਆ, ਮੈਂ ਗੱਲ ਨਹੀਂ ਕਰ ਸਕਦੀ। ਫਿਰ ਮੈਂ ਪੁੱਛਿਆ, ਮੈਂ ਕਿਹਾ ਤੁਹਾਡੇ 'ਚ ਪਹਿਲਾਂ ਕਿਵੇਂ ਗੱਲਬਾਤ ਹੁੰਦੀ ਸੀ? ਕਹਿੰਦੀ ਠੀਕ ਠਾਕ ਗੱਲ ਹੁੰਦੀ ਸੀ। ਮੈਂ ਕਿਹਾ ਤੁਸੀਂ ਚੈਟ ਦੇ ਵਿੱਚ ਲੜਦੇ ਰਹਿੰਦੇ ਸੀ ਵੀ? ਅਸੀਂ ਨੇ ਚੈਟ ਖੋਲ ਕੇ ਦੇਖੀ ਆ। ਕਹਿੰਦੀ ਅਸੀਂ ਚੈਟ 'ਚ ਲੜਦੇ ਸੀ, ਬਟ ਅਸੀਂ ਫੋਨ ਤੇ ਗੱਲ ਕਰਦੇ ਸੀ, ਬਿਲਕੁਲ ਨਹੀਂ ਸੀ ਲੜਦੇ। ਫਿਰ ਇਹਨੇ ਇਹ ਗੱਲ ਕਹੀ ਆ। ਫਿਰ ਮੈਂ ਆਖਿਆ ਵੀ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਬੇਅੰਤ ਜੇ ਕੋਈ ਪ੍ਰੋਬਲਮ ਆ ਤੂੰ ਇੰਡੀਆ ਆ ਜਾ, ਆਪਾਂ ਬਹਿ ਕੇ ਗੱਲ ਕਰ ਲੈਣੇ, ਗੱਲ ਨੂੰ ਵੇੜ ਲੈਣੇ ਆ। ਤੇ ਉਹ 'ਚ ਵੀ ਬਸ ਹਾਂ ਕਹੀ ਗਈ ਹੈ ਉਹਨੇ ਕੋਈ ਆਪਦਾ। ਫਿਰ ਮੈਂ ਦੇਖੋ ਆਹ ਕੁਐਸਚਨ ਵੀ ਪੁੱਟ ਕੀਤਾ ਵੀ ਤੇਰੀ ਜੇ ਇੱਧਰ ਕੋਈ ਗੱਲ ਸੀ ਸਾਨੂੰ ਦੱਸ ਦਿੰਦੀ, ਅਸੀਂ ਗੱਲ ਕਲੀਅਰ ਕਰ ਲੈਂਦੇ ਆਪਾਂ ਬਹਿ ਕੇ। ਤੇ ਕਹਿੰਦੀ ਉਸ ਦਾ ਵੀ ਉਹਨੇ ਕੋਈ ਐ ਨਹੀਂ ਕਿਹਾ ਵੀ ਨਾ ਮੇਰੀ ਇੱਧਰ ਕੋਈ ਗੱਲ ਨਹੀਂ, ਕੋਈ ਰਿਲੇਸ਼ਨ ਨਹੀਂ, ਮੈਂ ਤਾਂ ਲਾਡੀ ਨਾਲ ਹੀ ਰਹਿਣਾ ਸੀ ਐਵੇਂ। ਉਹਨੇ ਇਹ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਬਸ ਹਾਂ ਕਰ ਰਹੀ ਹੈ। ਰਿਕਾਰਡਿੰਗ ਮੈਂ ਜਿੱਦਾਂ ਤੁਸੀਂ ਕਹੋਗੇ, ਮੈਂ ਜਿੱਥੇ ਵੀ ਕਹੋਗੇ ਮੈਂ ਸੈਂਡ ਕਰ ਦੂੰਗੀ। ਮੈਂ ਲਾਸਟ ਤੇ ਫਿਰ ਵੀ ਸਾਡੇ ਘਰ ਦੀ ਬਹੂ ਸੀ, ਮੈਂ ਉਹਨੂੰ ਇਹ ਗੱਲ ਕਹੀ ਹੈ ਵੀ ਬੇਅੰਤ ਸਾਡੇ ਕੋਲ ਇੱਥੇ ਸਾਰੇ ਜਾਣੇ ਆ, ਰਿਸ਼ਤੇਦਾਰ ਨੇ, ਤੂੰ ਇੱਥੇ ਇਕੱਲੀ ਆ ਵੀ ਤੂੰ ਮੈਨੂੰ ਆਪਦਾ ਐਡਰੈਸ ਦੇ ਦੇ, ਮੇਰੀ ਫਰੈਂਡ ਤੇਰੇ ਕੋਲ ਆ ਜਾਊਗੀ। ਉਹ ਕਹਿੰਦੇ ਉਹਨੇ ਬਹਾਨਾ ਮਾਰਿਆ ਵੀ ਮੇਰੀ ਰਿਲੇਟਿਵ ਆ ਰਹੇ ਨੇ
ਤੇ ਮੇਰੇ ਚਾਚੇ ਦੀ ਕੁੜੀ ਪਤਾ ਨੀ ਇੱਕ ਭੂਆ ਕਹਿੰਦੇ ਆ ਰਹੀ ਹੈ, ਤੇ ਉਹਦੇ ਕੋਲੇ ਕੋਈ ਨਹੀਂ ਪਹੁੰਚਿਆ ਸੀ ਉਸ ਟਾਈਮ, ਤੇ ਉਹਨੇ ਮੈਨੂੰ ਝੂਠ ਬੋਲਿਆ। ਐਨੀਵੇ ਇਸ ਗੱਲਬਾਤ ਦੇ ਦੌਰਾਨ ਉਹਨੇ ਪੁੱਛਿਆ ਸੀਗਾ ਕਿ ਤੁਹਾਡੀ ਮੰਮੀ ਆਪਣੇ ਲਵਪ੍ਰੀਤ ਦੀ ਮੰਮੀ ਜਾਣੀ ਕਿ ਆਪਣੀ ਸੱਸ ਬਾਰੇ ਕਿੱਦਾਂ ਆ, ਹੁਣ ਕਿੱਥੇ ਨੇ, ਮੇਰੀ ਗੱਲ ਕਰਾਓ, ਉਹਨੇ ਨਾਂ ਲਿਆ? ਨਹੀਂ, ਉਹਨੇ ਇਹ ਗੱਲ ਬਿਲਕੁਲ ਨਹੀਂ ਕਹੀ, ਮੈਂ ਇਹ ਗੱਲ ਕਹੀ ਆ, ਖੁਦ ਦੱਸਿਆ ਮੈਂ ਕਿ ਮੰਮੀ ਦੀ ਹਾਲਤ ਬਹੁਤ ਬੁਰੀ ਆ। ਉਹਨੇ ਕੋਈ ਕੁਐਸਚਨ ਨਹੀਂ ਪੁੱਟ ਕੀਤਾ ਵੀ ਮੰਮੀ ਡੈਡੀ ਕਿਵੇਂ ਨੇ, ਵੀ ਮੇਰੀ ਉਹਨਾਂ ਨਾਲ ਗੱਲ ਕਰਵਾਓ, ਉਹਨੇ ਕੁਛ ਨਹੀਂ ਐਵੇਂ ਮੈਨੂੰ ਕਿਹਾ। ਨਾ ਮੈਨੂੰ ਪੁੱਛਿਆ ਵੀ ਤੁਸੀਂ ਕਿੱਥੇ ਹੋ, ਜੇ ਧਨੌਲੇ ਹੋ। ਪਰ ਗੱਲੇ ਨਹੀਂ ਕੀਤੀ, ਨਾ ਪੁੱਛਿਆ ਕਿੱਥੇ ਨੇ ਮੰਮੀ ਡੈਡੀ, ਕਿਵੇਂ ਨੇ, ਕਿਵੇਂ ਆ, ਸਭ ਕੁਝ ਕੋਈ ਗੱਲੇ ਨਹੀਂ ਕੀਤੀ? ਨਹੀਂ, ਉਹ ਮੈਂ ਖੁਦ ਤੋਂ ਦੱਸਿਆ ਮੰਮੀ ਡੈਡੀ ਦੀ ਹਾਲਤ ਡੋਂਟ ਵਰੀ। ਸੋ ਇਹ ਸਾਰੇ ਸਿੰਪਟਮ ਨੇ। ਇੱਕ ਮਿੰਟ ਸਿੱਧੂ ਸਾਹਿਬ, ਲੈਟ ਮੀ ਫਿਨਿਸ਼। ਅਸੀਂ ਜਾਣਨਾ ਚਾਹੁੰਦੇ ਤੁਸੀਂ ਇਹ ਜਿਹੜੀ ਸਾਰੀ ਰਿਕਾਰਡਿੰਗ ਆ, ਜਿਹੜੇ ਐਸਪੀ ਨੇ, ਕੀ ਨਾਮ ਹੈ, ਜਗਵਿੰਦਰ ਚੀਮਾ, ਇਹਨਾਂ ਨੂੰ ਦੇ ਚੁੱਕੇ ਹੋ ਸਾਰੀ ਰਿਕਾਰਡਿੰਗ? ਇਹ ਰਿਕਾਰਡਿੰਗ ਸ਼ਾਇਦ ਦਿੱਤੀ, ਮੈਨੂੰ ਕਨਫਰਮ ਨਹੀਂ ਹੈਗਾ ਵੀ ਦਿੱਤੀ ਹੈ ਜਾਂ ਨਹੀਂ। ਤੇ ਇਹ ਰਿਕਾਰਡਿੰਗ ਤੁਸੀਂ ਖਿਆਲ ਰੱਖਣਾ, ਔਰ ਅਸੀਂ ਕੱਲ ਨੂੰ ਇਸ ਰਿਕਾਰਡਿੰਗ ਨੂੰ ਸਾਨੂੰ ਹੈਂਡਓਵਰ ਕਰਨਾ, ਇਹਨੂੰ ਅਸੀਂ ਰਿਕਾਰਡਿੰਗ ਮੈਂ ਆਪ ਖੁਦ ਹੈਂਡਲ ਕਰ ਰਿਹਾ ਕੇਸ ਨੂੰ, ਔਰ ਜਿੰਨਾ ਚਿਕਰੀਏ ਤਾਂ ਹਫਤੇ ਵਿੱਚ ਚਾਰਜ ਕਰ ਲਿਆ, ਠੀਕ ਹੈ? ਨਹੀਂ ਤਾਂ ਅਸੀਂ ਇਹ ਚਾਰਜ ਸ਼ੀਟ ਜਿਹੜੀ ਆ ਜ਼ਰੂਰ ਲਵਾਵਾਂਗੇ, ਤੁਹਾਨੂੰ ਵਾਅਦਾ ਕਰਤਾ ਤੁਹਾਨੂੰ ਇਨਸਾਫ ਮਿਲੂਗਾ। ਮੇਰੇ ਕਹਿਣ ਭਾਵ ਹੈ ਕਿ ਅਸੀਂ ਇਨਸਾਫ ਦਿਵਾਉਣ ਨੂੰ ਬੈਠਾ ਮੀਡੀਆ, ਅਸੀਂ ਤੁਹਾਨੂੰ ਇਨਸਾਫ ਮਿਲੂਗਾ ਬੇਟਾ। ਸਾਨੂੰ ਚਾਹੀਦਾ ਇਨਸਾਫ ਹੀ ਚਾਹੀਦਾ, ਬ੍ਰਦਰ ਤਾਂ ਮੁੜ ਕੇ ਆਉਣਾ ਨਹੀਂ, ਉਹ ਤਾਂ ਤੁਹਾਨੂੰ ਬਿਲਕੁਲ 100% ਇਨਸਾਫ ਮਿਲੂਗਾ। ਔਰ ਅਸੀਂ ਤੁਹਾਡੇ ਇਸ ਦੁੱਖ ਦੇ ਵਿੱਚ, ਮੈਂ ਦੁਨੀਆ ਵਿੱਚ ਵਸੇ ਸਾਰੇ ਪੰਜਾਬੀ ਪਰਿਵਾਰ ਸ਼ਰੀਕ ਨੇ, ਹਰ ਇੱਕ ਬੰਦਾ ਤੁਹਾਨੂੰ ਫੋਨ ਨਹੀਂ ਕਰ ਸਕਦਾ, ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ, ਨਾ ਤੁਸੀਂ ਇਹਨੇ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ। ਇਹ ਗੱਲਬਾਤ ਕੱਲਾ ਜੋਗਿੰਦਰ ਵਾਸੀ ਨਹੀਂ ਕਰ ਰਿਹਾ, ਦੁੱਖ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਸਮੁੱਚਾ ਭਾਈਚਾਰਾ, ਕੈਨੇਡਾ ਦਾ, ਅਮਰੀਕਾ ਦਾ, ਆਸਟ੍ਰੇਲੀਆ ਦਾ, ਜਿਹੜੇ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਇਹ ਸਾਰਿਆਂ ਦੀ ਆਵਾਜ਼ ਇਸ ਵੇਲੇ ਤੁਹਾਡੇ ਨਾਲ ਹਾਜ਼ਰ ਹੈ। ਦੁੱਖ ਦੇ ਵਿੱਚ ਅਸੀਂ ਸ਼ਰੀਕ ਹਾਂ, ਔਰ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਅਸੀਂ ਕਰ ਰਹੇ ਇਕੱਠੇ ਹੋ ਕੇ ਕਿ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਔਰ ਜਿਹੜਾ ਹੁਣ ਭਾਣਾ ਵਰਤ ਚੁੱਕਾ ਆ ਉਹਨੂੰ ਵਾਪਸ ਕੋਈ ਵੀ ਨਹੀਂ ਲਿਆ ਸਕਦਾ, ਪਰ ਅਸੀਂ ਇੱਕ ਹੌਸਲਾ ਦੇ ਸਕਦੇ ਹਾਂ। ਪਰ ਜਿਹੜਾ ਹੌਸਲਾ ਤਦੇ ਮਿਲੇਗਾ ਜੇ ਤੁਹਾਨੂੰ ਇਨਸਾਫ ਮਿਲੇਗਾ। ਸੋ ਇਨਸਾਫ ਜਿਹੜਾ ਤੁਹਾਨੂੰ ਦਿਵਾਉਣਾ ਸਾਡਾ ਫਰਜ਼ ਬਣਦਾ, ਇਨਸਾਫ ਮਿਲੇਗਾ। ਅੱਛਾ, 27 ਤਰੀਕ ਤੋਂ ਬਾਅਦ ਇਸ ਲੜਕੀ ਨੇ ਦੁਬਾਰਾ ਤੁਹਾਨੂੰ ਕਾਲ ਕੀਤਾ ਕਦੇ? ਹੈਲੋ, ਤੁਹਾਨੂੰ 27 ਤਰੀਕ ਤੋਂ ਬਾਅਦ ਕਦੇ ਇੱਕ ਉਸ ਕਾਲ ਤੋਂ ਬਾਅਦ ਕਦੇ ਕਾਲ ਕੀਤਾ ਇਹਨੇ? ਨਹੀਂ, ਬਿਲਕੁਲ ਵੀ ਨਹੀਂ। ਮੇਰੇ ਮੈਸੇਜ ਕੀਤੇ ਹੋਏ ਨੇ ਵੀ ਬੇਅੰਤ ਆਪਣਾ ਐਡਰੈਸ ਸੈਂਡ ਕਰ ਦੇ, ਮੇਰੀ ਫਰੈਂਡ ਆ ਜੀ, ਉਹ ਫ੍ਰੀ ਹੈ ਹੁਣ, ਉਹਦਾ ਇਹਦੇ ਵਿੱਚ ਕੋਈ ਰਿਪਲਾਈ ਨਹੀਂ ਆਇਆ ਹੁੰਦਾ। ਸੋ ਇਹ ਮਤਲਬ ਕਿ ਇਹਨੇ ਤੁਹਾਨੂੰ ਇੱਕੋ ਹੀ ਕਾਲ ਕੀਤਾ, ਉਹਦਾ ਫੋਨ ਕੀਤਾ ਨਹੀਂ ਮੁੜ ਕੇ, ਨਾ ਆਪਣੀ ਸੱਸ ਨੂੰ, ਨਾ ਸਹੁਰੇ ਨੂੰ? ਬਿਲਕੁਲ ਵੀ ਨਹੀਂ। ਤੇ ਇਹਦੇ ਜਿਹੜੇ ਮਾਂ-ਬਾਪ ਆ ਫਿਊਨਰਲ ਸੰਸਕਾਰ ਦੀ ਰਸਮ ਤੇ ਆਏ ਸੀ? ਹਾਂਜੀ, ਉਹ ਆਏ ਸੀ, ਦਾਹ ਸੰਸਕਾਰ ਤੇ ਵੀ ਆਏ ਸੀ, ਫੁੱਲਾਂ ਤੇ ਵੀ ਆਏ ਸੀ, ਬਟ ਉਹਦੇ ਮੰਮੀ ਤੇ ਬ੍ਰਦਰ ਭੋਗ ਤੇ ਨਹੀਂ ਆਏ, ਬਾਕੀ ਉਹਦੇ ਪਾਪਾ ਆਏ ਸੀ ਭੋਗ ਤੇ। ਅੱਛਾ, ਭੋਗ ਤੇ ਸਿਰਫ ਇਹਦਾ ਮਤਲਬ ਇਹ ਆ ਕਿ ਭੋਗ ਤੇ ਆਉਣਾ ਕਿੰਨਾ ਜ਼ਰੂਰੀ ਸੀਗਾ, ਉੱਥੇ ਨਹੀਂ ਆਇਆ, ਸਿਰਫ ਇੱਕੋ ਹੀ ਫਾਦਰ ਹੀ ਆਇਆ ਕੁੜੀ ਦਾ। ਹਾਂਜੀ, ਜਿਹੜੇ ਮੰਮੀ ਤੇ ਬ੍ਰਦਰ ਨਹੀਂ ਆਏ, ਫਾਦਰ ਆਏ ਸੀ ਉਹਦੇ। ਉਹ ਕਿਉਂ ਨਹੀਂ ਆਏ? ਉਹ ਅਸੀਂ ਨੇ ਕੋਈ ਪੁੱਛਿਆ ਵੀ ਨਹੀਂ, ਕਿਉਂਕਿ ਉਹ ਤਾਂ ਸਾਡੇ ਕੋਲੇ ਆ ਕੇ ਬੈਠੇ ਵੀ ਨਹੀਂ। ਜਾਂ ਇੱਥੇ ਆਪਣੇ ਰਿਵਾਜ ਆ ਵੀ ਆ ਕੇ ਲੇਡੀਜ਼ ਬੈਠਦੀਆਂ ਨੇ, ਜਾਂ ਜੈਂਟਸ ਕੋਲੇ ਆ ਕੇ ਥੋੜਾ ਦੁੱਖ ਵੰਡਾਉਂਦੇ ਆ। ਉਹਨਾਂ ਦੇ ਘਰ ਦੇ ਭੋਗ ਦੇ ਉੱਤੇ ਮਿਲੇ ਨਹੀਂ ਹੈਗੇ, ਨਾ ਮੇਰੇ ਮੰਮੀ ਨੂੰ ਨਾ ਮੇਰੇ ਡੈਡੀ ਨੂੰ, ਬਸ ਆ ਕੇ ਸਾਈਡ ਤੇ ਬਹਿ ਕੇ ਮੁੜ ਕੇ ਜਿਹੜੀਆਂ ਲੇਡੀਜ਼ ਆਈਆਂ ਸੀ, ਚਾਚੀਆਂ, ਤਾਈਆਂ, ਦਾਦੀ, ਉਹ ਵੀ ਪਿੱਛੋਂ ਆ ਕੇ ਬਸ ਪਿੱਛੇ ਬੈਠ ਕੇ ਮੁੜ ਗਈਆਂ, ਉਹ ਵੀ ਮੰਮੀ ਦੇ ਕੋਲੇ ਨਹੀਂ ਆਈਆਂ। ਤੇ ਮੁੜ ਕੇ ਉਹਨਾਂ ਦਾ ਫੋਨ ਵੀ ਨਹੀਂ ਆਇਆ ਹੋਣਾ, ਜੇ ਮਤਲਬ ਇੰਨੇ ਦਿਨਾਂ ਦਾ ਮੁੜ ਕੇ ਫੋਨ ਵੀ ਨਹੀਂ ਆਇਆ? ਨਹੀਂ, ਕੋਈ ਫੋਨ ਨਹੀਂ, ਪਿੱਛੋਂ ਕੋਈ ਨਹੀਂ ਆਇਆ ਭੋਗ ਦੇ ਪਿੱਛੋਂ। ਐਨੀਵੇ, ਸੋ ਵੀ ਤੁਸੀਂ ਇਹ ਕਰ ਰਹੇ ਹੋ, ਕੋਈ ਐਂ ਕੁਝ ਨਹੀਂ ਕਹਿਣ ਆਏ ਹੈਗੇ ਵੀ ਏਦਾਂ। ਅੱਛਾ, ਹਾਲੇ ਵੀ ਜਿਹੜੀ ਕੁੜੀ ਆ, ਜਿਹੜੀ ਕੀ ਨਾਮ ਕੀ ਲੜਕੀ ਦਾ? ਤਾਂ ਬੇਅੰਤ ਕੀ ਆ? ਹਾਂਜੀ, ਬੇਅੰਤ। ਅੱਛਾ, ਬੇਅੰਤ ਦੀ ਕੁੜੀ ਆ, ਇਹਨੇ ਹਾਲੇ ਤੇ ਵੀ ਆਪਣੀ ਸੱਸ ਦੇ ਨਾਲ ਅਫਸੋਸ ਕੀਤਾ ਹੀ ਨਹੀਂ ਗਾ ਇੰਨੇ ਦਿਨਾਂ ਦਾ? ਨਹੀਂ, ਬਿਲਕੁਲ ਵੀ ਨਹੀਂ ਕੀਤਾ। ਨਾ ਸਹੁਰੇ ਨਾਲ, ਨਾ ਸੱਸ ਨਾਲ, ਤੁਹਾਡੇ ਨਾਲ ਵੀ ਉਹਦੇ ਗੱਲਬਾਤ ਕੀਤੀ ਆ? ਅੱਛਾ, ਇਹ ਵੀ ਨਹੀਂ ਪੁੱਛਿਆ ਕਿ ਬੀਜੀ ਦਾ, ਮੰਮੀ ਦਾ ਕੀ ਹਾਲ ਹੈ, ਹੁਣ ਕਿੱਦਾਂ ਆ? ਅੱਛਾ, ਕੀਤਾ ਨਹੀਂ ਗਾ। ਸੋ ਇਹ ਇਟ ਮੀਨਸ ਕਿ ਤੁਸੀਂ ਦੇਖ ਲਓ ਦੁਨੀਆ ਵਾਲੇ ਹੋ, ਸੱਚਾ ਕੌਣ ਤੇ ਝੂਠਾ ਕੌਣ ਹੈ। ਹੁਣ ਫਿਰ ਆਪਾਂ ਨੂੰ ਜਿਹੜੇ ਲੋਕ ਨੇ, ਹੁਣ ਮਦਦ ਕਰਨੀ ਚਾਹੀਦੀ ਇਸ ਪਰਿਵਾਰ ਦੀ ਜਾਂ ਨਹੀਂ ਕਰਨੀ ਚਾਹੀਦੀ? ਹੁਣ ਮੈਂ ਦੁਨੀਆ ਨੂੰ ਪੁੱਛਣਾ ਚਾਹੁੰਦਾ, ਮੈਂ ਉਹਨਾਂ ਜ਼ਾਲਮ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਲੋਕ ਕਹਿੰਦੇ ਕਿ ਇਹ ਸੱਚੀਆਂ ਕੁੜੀਆਂ ਨੇ ਤੇ ਮੁੰਡੇ ਝੂਠੇ ਨੇ। ਹੁਣ ਮੈਨੂੰ ਦੱਸੋ ਕਿ ਇਹ ਜੋ ਕੁਛ ਹੋਇਆ ਕਿੰਨਾ ਮਾੜਾ ਹੋਇਆ, ਔਰ ਤੂੰ ਨੋ ਉਸ ਘਰ ਦੀ ਤੇ ਜਿਹੜੀ ਸੱਸ ਹੈ, ਮਾਂ ਹੁੰਦੀ ਆ, ਤੂੰ ਪੁੱਛਿਆ ਵੀ ਨਹੀਂ ਗਾ ਕਿ ਮਾਂ ਕਿ ਤੇਰਾ ਕੀ ਹਾਲ ਆ, ਕਿ ਜੋ ਹੋਣਾ ਸੀ ਹੋ ਗਿਆ,
ਮੈਨੂੰ ਆਪਣਾ ਪੁੱਤ ਸਮਝੋ, ਤੁਸੀਂ ਇੱਕ ਵਾਰੀ ਵੀ ਨਹੀਂ ਕਿਹਾ। ਸੋ ਇਹਦਾ ਮਤਲਬ ਇਹ ਆ ਕਿ ਆਲਰੇਡੀ ਕੁੜੀ ਦੀ ਇੰਟੈਂਸ਼ਨ ਤੁਹਾਡੇ ਸਾਹਮਣੇ ਹੈ, ਅਸੀਂ ਕੁਝ ਨਹੀਂ ਕਹਿਣਾ। ਬਟ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਤੁਹਾਡਾ ਬੇਟਾ ਨਾਮ ਕੀ ਹੈ? ਸਰਬਜੀਤ ਹੈ ਨਾ ਤੁਹਾਡਾ? ਰਾਜਵੀਰ ਸਰ। ਰਾਜਵੀਰ ਸਰ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦੀ ਆ ਤੇ ਇਹਨਾਂ ਦੇ ਡੈਡੀ ਮੰਮੀ ਦੀ ਕੋਈ ਇੰਟਰਵਿਊ ਆਈ ਆ, ਉਹ 'ਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਗਰ ਸਾਡੀ ਕੁੜੀ ਡਿਪੋਰਟ ਹੁੰਦੀ ਆ ਤਾਂ ਉਹ ਆਪਦੇ ਸਹੁਰਾ ਘਰ ਜਾ ਕੇ ਰਹੂਗੀ। ਫਿਰ ਹੁਣ ਤੁਸੀਂ ਆਪਣਾ ਵੀ ਆਪਾਂ ਨੂੰ ਪਤਾ ਲੱਗ ਹੀ ਰਿਹਾ ਵੀ ਉਹਨਾਂ ਦੇ ਇੰਟੈਂਸ਼ਨ ਕੀ ਨੇ, ਉਹ ਕੀ ਚਾਹੁੰਦੇ ਨੇ। ਹੁਣ ਹਜੇ ਉਹਨਾਂ ਦਾ ਐਡਾ ਖਰਚਾ ਕਰਵਾ ਕੇ ਸਾਡਾ ਮੇਰਾ ਭਰਾ ਗਮਾ ਕੇ ਇੱਥੋਂ ਖੋ ਕੇ ਹਜੇ ਵੀ ਉਹਨਾਂ ਨੂੰ ਬਸ ਜੀ ਇਹਦੇ ਵਿੱਚ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸੁਣੋ ਗੱਲ ਇਹ ਤਾਂ ਕੋਈ ਮੈਟਰ ਨਹੀਂ ਹੈ। ਉਹ ਕੀ ਕਹਿੰਦੇ ਆ ਕਿ ਇਹਨਾਂ ਨੇ ਇੰਟਰਵਿਊ ਦਿੱਤੀ ਹੈ, ਇਸ ਨੋ ਮੈਟਰ ਐਨੀਥਿੰਗ। ਇਹਦਾ ਮਤਲਬ ਇਹ ਕੋਈ ਨਹੀਂ ਹੈ, ਕੋਈ ਕਲਮਬੰਦ ਨਹੀਂ ਹੋ ਗਿਆ, ਜੱਜ ਸਾਹਮਣੇ ਕੋਈ ਨਹੀਂ ਹੈ। ਇਹ ਸਿਰਫ ਕਿਉਂਕਿ ਪ੍ਰੋਬਲਮ ਇਹ ਕਿ ਸਾਡੇ ਫੀਲਡ ਦੇ ਵਿੱਚ ਬਹੁਤ ਸਾਰੇ ਲੋਕ ਕੈਮਰੇ ਚੁੱਕੀ ਫਿਰਦੇ ਨੇ, ਹਰ ਚਾਹੁੰਦਾ ਕਿ ਮੇਰੀ TRP ਵਧੇ ਜਾਂ ਸਾਡੀ ਗੱਲਬਾਤ ਸੁਣੋ, ਪਰ ਇਹ ਸਾਰੀਆਂ ਨੌਨਸੈਂਸ ਗੱਲਾਂ ਨੇ। ਇਸ ਦੁੱਖ ਦੇ ਵਿੱਚ ਤੁਸੀਂ ਫਿਕਰ ਨਹੀਂ ਕਰਨਾ, ਸਮਾਜ ਦੁਨੀਆ ਤੁਹਾਡੇ ਨਾਲ ਹੈ। ਅਸੀਂ ਤੁਹਾਡੇ ਨਾਲ ਪਲ ਪਲ ਤੇ ਤੁਹਾਡੀ ਖਬਰ ਲੈਂਦੇ ਰਵਾਂਗੇ। ਪਲ ਪਲ ਤੇ ਹੁਣ ਤਾਂ ਲੇਟ ਹੈ ਔਰ SSP ਨਾਲ ਗੱਲਬਾਤ ਕਰਨੀ ਮੁਸ਼ਕਿਲ ਹੈ, ਪਰ ਮੈਂ DGP ਨੂੰ ਕੇਸ ਦੇ ਰਿਹਾ ਤੁਹਾਡਾ ਇਹ ਕਿ ਇੰਸਟੈਡ ਆਫ ਕਿ ਇੱਕ ਹਫਤਾ ਇਹ SP ਨੇ ਇੰਨਾ ਟਾਈਮ ਕਿਉਂ ਲਾਇਆ ਇਨਸਾਫ ਦੇਣ ਦੇ ਵਿੱਚ, ਵਾਈ ਹੀ ਡਿਡ ਇਟ। ਸੋ ਮੇਰਾ ਸਵਾਲ ਹੁਣ ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ ਔਰ ਮਾਈਟ ਜੇ ਤੁਹਾਡੇ ਕੋਲ ਨੰਬਰ ਹੈ, ਸਾਡੇ ਕੋਲ ਨੰਬਰ ਹੈ ਨਹੀਂ ਐਕਚੁਅਲੀ। ਸੋ ਅਸੀਂ ਕੋਸ਼ਿਸ਼ ਕਰ ਰਹੇ ਕਿ ਜਲਦੀ ਜਲਦੀ ਤੁਹਾਨੂੰ ਇਨਸਾਫ ਮਿਲੇ ਅਤੇ ਇਹਨਾਂ ਨੂੰ ਪੁਲਿਸ ਜਿਹੜੀ ਹੈ ਕਾਨੂੰਨ ਦੀ ਮੁਤਾਬਕ ਬਣਦੀ ਕਾਰਵਾਈ ਦੇ ਦੌਰਾਨ ਇਹਨਾਂ ਨੂੰ ਚਾਰਜ ਕਰੇ। ਡੋਂਟ ਵਰੀ ਅਬਾਊਟ ਇਟ, ਤੁਸੀਂ ਫਿਕਰ ਨਹੀਂ ਕਰਨਾ। ਇਹਨਾਂ ਨੂੰ ਕੋਈ ਵੀ ਪੋਲੀਟਿਕਸ ਜਾਣਦਾ ਹੋਵੇ, ਵੀ ਡੋਂਟ ਕੇਅਰ। ਕਾਨੂੰਨ ਜਿਹੜਾ ਹੈ ਸਾਰਿਆਂ ਲਈ ਇੱਕੋ ਜਿਹਾ ਆ। ਪੰਜਾਬ ਦੇ DGP ਉਹ ਨਹੀਂ ਕੇਅਰ ਕਰਦੇ ਕਿ ਕਿਹੜਾ ਪੋਲੀਟੀਸ਼ੀਅਨ ਹੈ ਕਿਹੜਾ ਨਹੀਂ ਹੈ, ਉਹ ਸਾਰਿਆਂ ਨੂੰ ਇਨਸਾਫ ਦਿੰਦੇ। ਤੁਹਾਨੂੰ ਇਨਸਾਫ ਮਿਲੂਗਾ ਔਰ ਇੰਨਾ ਇਨਸਾਫ ਮਿਲੂਗਾ ਕਿ ਇਹ ਜਿਹੜੀ ਲੜਕੀ ਹੈ ਔਰ ਜੇ ਉਹ ਲਿਖ ਕੇ ਗਿਆ ਹੈ ਤੁਹਾਡੇ ਦੋਸ਼ ਨੇ ਕਿ ਲੜਕੀ ਕਰਕੇ ਮੌਤ ਹੋਈ ਹੈ ਤਾਂ ਸਜ਼ਾ ਇਹਨੂੰ ਵੀ ਮਿਲੇਗੀ। ਇਹ ਮੈਂ ਨਹੀਂ ਦੇਣੀ, ਇਹ ਕੋਰਟ ਨੇ ਦੇਣੀ ਆ। ਪੁਲਿਸ ਨੇ ਚਾਰजेस ਲਾਉਣੇ ਆ, ਜੱਜ ਸਾਹਿਬ ਦੀ ਜੱਜਮੈਂਟ ਆਉਣੀ ਹੈ, ਡਿਬੇਟ ਕਰੋ। ਹਾਂਜੀ ਮਿਸਟਰ ਸੰਧੂ, ਕੀ ਤੁਸੀਂ ਪੁੱਛਣਾ ਚਾਹੁੰਦੇ ਹੋ? ਜੀ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਭੈਣ ਜੀ ਜਿਹੜੀ ਚੈਟ ਵੀ ਵਾਇਰਲ ਹੋਈ ਆ ਉਹਦੇ ਵਿੱਚ ਮੁੰਡੇ ਨੇ ਸਟ੍ਰੇਟ ਵੀ ਕਿਹਾ ਸੀ ਕਿ ਮੈਂ ਸੁਸਾਈਡ ਕਰ ਲੈਣਾ, ਤੇ ਕੁੜੀ ਨੇ ਮੂਹਰੋਂ ਗੂਠਾ ਜਾ ਚੱਕਤਾ ਜਿਹੜਾ WhatsApp ਤੇ ਆਉਂਦਾ ਹੈਗਾ ਨਾ, ਤੇ ਫਿਰ ਉਹਨੇ ਕੋਈ ਡੇਟ ਜਾਂ ਕੋਈ 2000 ਭੈਣ ਜੀ ਕੀ ਲਿਖਿਆ ਸੀਗਾ ਮੁੰਡੇ ਨੇ, ਉਹ ਕੀ ਸੀਗਾ ਤੁਸੀਂ ਪੜ੍ਹਿਆ ਨਾ ਸਾਰਾ? ਕਿਉਂਕਿ ਬਸ ਸਟ੍ਰੇਟ ਮੁੰਡੇ ਨੇ ਕਿਹਾ ਕਿ ਭਾਈ ਮੈਂ ਹੁਣ ਬਹੁਤ ਦੁਖੀ ਆਂਗਾ, ਤੂੰ ਮੇਰੇ ਨਾਲ ਗੱਲਬਾਤ ਨਹੀਂ ਕਰਦੀ ਤੇ ਮੈਂ ਇੰਨਾ ਆਖਿਆ ਤੇ ਮੈਂ ਸੁਸਾਈਡ ਕਰ ਲੈਣਾ। ਤੇ ਮੋਰੇ ਕੀ ਕਹਿੰਦੀ? ਕਰ ਲਾ। ਗੂਠਾ ਜਾ ਚੱਕਤਾ ਜੀ। ਇਟ ਮੀਨਸ ਵਾਟ ਡਸ ਮੀਨ ਦੈਟ? ਐਗਰੀਮੈਂਟ ਹੁੰਦਾ ਜੀ, ਇਹ ਗੂਠੇ ਦਾ ਸਾਈਨ ਕਿ ਲਾਈਕ ਕਰਨਾ ਜਾਂ ਸਿੰਪਲੀਫਾਈ ਐਗਰੀ ਕਰੋ ਕਰਨਾ। ਸਿੱਧੂ ਸਾਹਿਬ, ਸਿੰਪਲੀਫਾਈ ਸਹਿਮਤ ਹੋਣਾ ਜੀ, ਐਗਰੀ ਕਰਨਾ। ਆਪ ਇਹ ਗੱਲ ਕਰੋ ਨਾ ਕਿ ਤੁਸੀਂ ਕਰ ਸਿੰਪਲੀਫਾਈ ਕਰ ਦੋ ਕਿ ਹਾਂ ਉਹ ਗੱਲ ਕਹੀ ਹੈ, ਕਿਉਂਕਿ ਵੀ ਟੈਲ ਦੀ ਪੀਪਲ ਕਿ ਇਟ ਮੀਨਸ ਇਸ ਦੈਟ। ਸਿੱਧੂ ਸਾਹਿਬ, ਕਿਉਂਕਿ ਆਮ ਬਜ਼ੁਰਗ ਜਿਹੜੇ ਨੇ ਸੁਣ ਰਹੇ ਨੇ ਉਹਨਾਂ ਨੂੰ ਦੱਸੀਏ ਕਿ ਕੁੜੀ ਮੁੰਡੇ ਨੇ ਆ ਕਿਹਾ ਤੇ ਉਹ ਕੁੜੀ ਕਹਿੰਦਾ। ਹੁਣ ਦੱਸੋ ਕਿ ਇਹ ਮੈਟਰ ਜਿਹੜਾ ਆ ਤੁਹਾਡਾ ਥਾਣਾ ਕਿਹੜਾ ਵੈਸੇ? ਸਿੱਧੂ ਸਾਹਿਬ ਥਾਣਾ ਕਿਹੜਾ ਇਹਨਾਂ ਦਾ ਪੁੱਛੋ ਤਾਂ ਇਹਨਾਂ ਨੂੰ ਜਰਾ। ਹਾਂਜੀ ਰਾਜਵੀਰ ਕੌਰ ਜੀ, ਕਿਹੜੇ ਥਾਣੇ ਤੁਹਾਡੀ ਗੱਲਬਾਤ ਜਿਹੜੀ ਸਾਰੀ ਹੋਈ ਆ ਪੁਲਿਸ ਵਾਲਿਆਂ ਨਾਲ? ਸਰ ਉਹ ਮੇਰੇ ਤਾਇਆ ਜੀ ਨੂੰ ਪਤਾ ਤੇ ਜਿਹੜਾ ਪੁਲਿਸ ਸਟੇਸ਼ਨ ਜੋ ਵੀ ਕਾਰਵਾਈ ਹੋ ਰਹੀ ਆ, ਤੇ ਜੇ ਤੁਸੀਂ ਚਾਹੋ ਤਾਂ ਉਹਨਾਂ ਨਾਲ ਅਗੇਨ ਗੱਲ ਕਰਵਾ ਸਕਦੀ ਆ। ਚਲੋ ਐਨੀਵੇ ਆਪਾਂ ਗੱਲਬਾਤ ਜਿਹੜੀ ਹੈ ਦੂਜੀ ਸਟੋਰੀ ਕਵਰ ਕਰਾਂਗੇ ਸਿੱਧੂ ਸਾਹਿਬ। ਹਾਂਜੀ ਜੀ। ਸੋ ਰਾਜਵੀਰ ਤੁਸੀਂ ਵੇਟ ਕਰੋ ਕੁਝ ਘੰਟਿਆਂ ਦੀ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਸੀਂ ਕੀ ਕਰੋ ਨਾ, ਤੁਸੀਂ ਅਵੋਇਡ ਕਰੋ, ਹੁਣ ਕਿਸੇ ਚੈਨਲ ਨਾਲ ਗੱਲ ਨਾ ਕਰੋ ਤੁਸੀਂ ਮੇਰੇ ਮੁਤਾਬਕ, ਕਿਉਂਕਿ ਕੁਝ ਜਿਹੜੇ ਚੈਨਲ ਨੇ ਉਹਨਾਂ ਨੇ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ ਸਰ। ਸੋ ਸਭ ਨੂੰ ਗਾਈਡ ਕਰ ਦਿਓ ਥੋੜਾ ਜਿਹਾ, ਆਫ ਦਾ ਗਾਈਡ ਕਰ ਦਿਓ ਉਹਨਾਂ ਨੂੰ ਕਿ ਕਿਉਂਕਿ ਪਿੰਡੂ ਨੇ ਦੁੱਖ ਆ, ਦੁੱਖ ਦੇ ਵਿੱਚ ਕਈ ਵਾਰੀ ਬੰਦਾ ਉਹਨਾਂ ਨੂੰ ਹੋਸ਼ ਵਿੱਚ ਨਹੀਂ ਰਹਿੰਦਾ, ਬੰਦਾ ਬੇਹੋਸ਼ ਹੁੰਦਾ ਹੈ। ਦਿਨ ਰਾਤ ਐਨੀ ਟਾਈਮ ਰਾਜਵੀਰ ਜੀ ਤੁਹਾਡੇ ਕੋਲੇ ਸਾਡੇ ਪਰਸਨਲ ਨੰਬਰ ਵੀ ਨੇ। ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਉਹ ਇੰਟਰਵਿਊ ਦੇਖੀ ਕੋਈ ਜਾਂ ਜਿੱਥੇ ਵੀ ਉਹਨੇ ਗੱਲ ਕੀਤੀ ਲੜਕੀ ਨੇ ਕਿ ਉਹਦੇ ਮਾਤਾ ਪਿਤਾ ਉਹਨੂੰ ਕਹਿ ਰਹੇ ਕਿ ਇਹ ਜਾ ਕੇ ਸਹੁਰੀ ਰਹੋ। ਬਸ ਹੁਣ ਸਵਾਲ ਇਹ ਵੀ ਉੱਠਦਾ ਕਿ ਕਿਹੜੇ ਸਹੁਰੇ ਤੇ ਕਿਹੜੇ ਮਤਲਬ ਕਿ ਉਹ ਲੜਕੀ ਗੱਲ ਕਰ ਰਹੀ, ਕਿਉਂਕਿ ਲੜਕੀ ਵੀ ਇਹ ਐਗਰੀਮੈਂਟ ਦੇ ਰਹੀ ਆ ਕਿ ਜਿਵੇਂ ਮੇਰੇ ਪੇਰੈਂਟਸ ਕਹਿਣਗੇ। ਜੇ ਆਪਾਂ ਜਿਉਂਦਿਆਂ ਦਾ ਨਹੀਂ ਆਪਾਂ ਕਦਰ ਕੀਤੀ, ਹੁਣ ਆਪਾਂ ਫਿਰ ਬਾਅਦ ਚੋਂ ਕਾਹਤੋਂ ਹੁਣ ਜਦੋਂ ਪਰਿਵਾਰ ਦੁੱਖ ਦੇ ਵਿੱਚ ਆਪਾਂ ਕਿਹੜੇ ਹੱਕ ਨਾਲ ਕਹਿ ਰਹੇ ਹਾਂ? ਬਚਣ ਦੀਆਂ ਗੱਲਾਂ ਕਰ ਰਹੇ ਨੇ। ਹਾਂਜੀ ਬਿਲਕੁਲ ਜੀ, ਬਿਲਕੁਲ ਆਖਰੀ ਹਥਿਆਰ ਹੁੰਦਾ ਜੀ। ਹਾਂ ਇਹ ਸਿਰਫ ਕੀ ਕਰਦੇ ਨੇ, ਇਹ ਚਾਹੁੰਦੇ ਨੇ ਕਿ ਸਾਡੇ ਤੋਂ ਕੋਈ ਮੁਕੱਦਮਾ ਕੇਸ ਚੱਲੇ। ਇਹ ਕੇਸ ਚੱਲੂਗਾ ਹੀ ਚੱਲੂਗਾ ਕਿ ਕਾਨੂੰਨ ਆਗੇ ਦਿੰਦਾ। ਬੱਚਾ ਸੁਸਾਈਡ ਨੂੰ ਕਹਿੰਦਾ, ਉਹਨੇ ਜਸ ਕੀਤੀ ਹੈ, ਇਟ ਮੀਨਸ ਕਿ ਉਹਦੇ ਕਰਕੇ ਸੁਸਾਈਡ ਕੀਤਾ, ਇਹ ਇੰਡੀਕੇਸ਼ਨ ਦੇ ਰਿਹਾ। ਹਾਂਜੀ ਨੋ ਪ੍ਰੋਬਲਮ। ਸੋ ਅਸੀਂ ਇਹ ਜੋ ਹੈ ਸਾਰਾ ਕੁਝ ਸਾਡੇ ਸਾਹਮਣੇ ਹੈ। ਉਹ ਐਲੀਗੇਸ਼ਨ ਲਾ ਰਹੇ ਨੇ, ਅਸੀਂ ਨਹੀਂ ਲਾ ਰਹੇ। ਅਸੀਂ ਨਹੀਂ ਕਹਿ ਰਹੇ ਕਿ ਕਿਹਦੇ ਕਰਕੇ ਹੋ ਰਿਹਾ। ਇਹ ਸਭ ਪੁੱਛਿਆ ਜਾ ਰਿਹਾ ਤੇ ਪੁੱਛੇ ਦਾ ਜਵਾਬ ਸਾਨੂੰ ਆ ਰਿਹਾ। ਅਸੀਂ ਵਾਪਸ ਆ ਰਹੇ ਹਾਂ। ਰਾਜਵੀਰ ਅੱਗੇ ਲਾਵਾਂਗੇ। ਥੈਂਕ ਯੂ ਸਰ।